हाँ जी दोस्तों, स्वागत है थोड़े सब ਦਾ ਹੀ ਰੇਸ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਜੀ। ਸੋ ਦੋਸਤੋ ਅੱਜ ਤਰੀਕ ਹੈ ਜੀ 22 ਜਨਵਰੀ। ਸੋ ਅੱਜ ਦੀ ਕਲਾਸ ਵਿੱਚ ਆਪਾਂ 21 ਅਤੇ 22 ਜਨਵਰੀ ਦੀਆਂ ਜਿੰਨੀਆਂ ਵੀ ਇੰਪੋਰਟੈਂਟ ਕਰੰਟ ਅਫੇਅਰ ਨਿਊਜ਼ ਹੋਣਗੀਆਂ ਸਾਰੀਆਂ ਆਪਾਂ ਇਸ ਕਲਾਸ ਵਿੱਚ ਕਵਰ ਕਰਾਂਗੇ। ਸੋ ਸਾਰੀ ਕਲਾਸ ਨੂੰ ਜ਼ਰੂਰ ਧਿਆਨ ਨਾਲ ਦੇਖਣਾ ਜੀ, ਬਹੁਤ ਜ਼ਿਆਦਾ ਇੰਪੋਰਟੈਂਟ ਤੁਹਾਡੇ ਲਈ ਕਲਾਸ ਰਹਿਣ ਵਾਲੀ ਅੱਜ ਦੀ। ਸੋ ਬਿਨਾਂ ਕਿਸੇ ਦੇਰੀ ਤੋਂ ਜੀ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਅੱਜ ਦੀ ਕਲਾਸ ਵਿੱਚ ਆਪਾਂ ਗੱਲਬਾਤ ਕਰਾਂਗੇ ਹੁਣ ਤੱਕ ਦੇ ਜਾਣੀ ਕਿ ਜਨਵਰੀ ਮੰਥ ਦੇ ਹੁਣ ਤੱਕ ਦੇ ਜਿੰਨੇ ਵੀ ਇੰਪੋਰਟੈਂਟ ਡੇ ਹੋ ਚੁੱਕੇ ਨੇ ਆਪਣੇ ਉਹਨਾਂ ਬਾਰੇ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਗੱਲ ਕਰੀਏ 1 ਜਨਵਰੀ ਨੂੰ। ਦੇਖੋ ਜੀ 1 ਜਨਵਰੀ ਨੂੰ ਆਪਾਂ ਨੇ ਮਨਾਇਆ ਸੀ ਗਲੋਬਲ ਫੈਮਿਲੀ ਡੇ, ਠੀਕ ਹੈ ਨਾ, ਗਲੋਬਲ ਫੈਮਿਲੀ ਡੇ। 4 ਜਨਵਰੀ ਦੀ ਗੱਲ ਕਰੀਏ ਵਰਲਡ ਬ੍ਰੇਲ ਡੇ, ਔਰ 6 ਜਨਵਰੀ ਨੂੰ ਨੈਸ਼ਨਲ ਟੈਕਨੋਲੋਜੀ ਡੇ ਹੁੰਦਾ ਜੀ 6 ਜਨਵਰੀ ਨੂੰ। ਬਾਕੀ 9 ਜਨਵਰੀ ਵਾਲਾ ਡੇ ਤਾਂ ਇੰਪੋਰਟੈਂਟ ਹੈ ਜੀ NRI ਡੇ, ਯਾਨੀ ਕਿ ਪ੍ਰਵਾਸੀ ਭਾਰਤੀ ਦਿਵਸ ਵੀ ਇਹਨੂੰ ਆਪਾਂ ਕਹਿ ਦਿੰਦੇ ਹਾਂ। ਔਰ 10 ਜਨਵਰੀ ਦੀ ਗੱਲ ਕਰੀਏ ਵਰਲਡ ਹਿੰਦੀ ਡੇ, ਠੀਕ ਹੈ ਜੀ, ਧਿਆਨ ਵਿੱਚ ਰੱਖਣਾ, ਇਹ ਵੀ ਇੰਪੋਰਟੈਂਟ ਹੈ। ਔਰ ਇਸ ਤੋਂ ਬਾਅਦ 11 ਜਨਵਰੀ ਵਾਲਾ ਵੀ ਯਾਦ ਰੱਖਣਾ ਨੈਸ਼ਨਲ ਹਿਊਮਨ ਟ੍ਰੈਫਿਕਿੰਗ ਅਵੇਅਰਨੈਸ ਡੇ ਹੁੰਦਾ ਜੀ। ਔਰ 12 ਜਨਵਰੀ ਨੂੰ ਨੈਸ਼ਨਲ ਯੂਥ ਡੇ, ਇੰਪੋਰਟੈਂਟ ਡੇ ਹੈ ਜੀ ਨੈਸ਼ਨਲ ਯੂਥ ਡੇ 12 ਜਨਵਰੀ। ਔਰ ਇਸ ਤੋਂ ਇਲਾਵਾ 15 ਜਨਵਰੀ ਨੂੰ ਇੰਡੀਅਨ ਆਰਮੀ ਡੇ, 18 ਨੂੰ ਪੋਲੀਓ ਡੇ ਹੁੰਦਾ ਜੀ। ਔਰ 23 ਨੂੰ ਦੇਖੋ 23 ਹਜੇ ਵੈਸੇ ਕੱਲ੍ਹ ਨੂੰ ਹੈਗੀ, ਔਰ 23 ਦਾ ਯਾਦ ਰੱਖਣਾ ਇੰਪੋਰਟੈਂਟ ਡੇ ਰਹੇਗਾ ਆਪਣੇ ਲਈ। ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਜਯੰਤੀ ਹੁੰਦੀ ਹੈ ਜੀ 23 ਜਨਵਰੀ ਨੂੰ ਹਰ ਸਾਲ। ਔਰ ਇਸ ਸਾਲ ਇਹ ਖਾਸ ਕਿਉਂ ਹੈਗਾ, ਕਿਉਂਕਿ ਅਗਰ ਆਪਾਂ ਗੱਲ ਕਰੀਏ ਤਾਂ ਇਸ ਸਾਲ 125ਵੀਂ ਜਯੰਤੀ ਹੈਗੀ ਹੈ ਜੀ, ਠੀਕ ਹੈ ਨਾ, ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ 125ਵੀਂ। ਔਰ 125ਵੀਂ ਜਯੰਤੀ ਦੇ ਆਪਣੀ ਭਾਰਤ ਸਰਕਾਰ ਨੇ ਹੁਣੇ ਤੈਅ ਕੀਤਾ ਗਾ ਵੀ ਇਸ ਤੋਂ ਬਾਅਦ 23 ਜਨਵਰੀ ਨੂੰ ਹਰ ਸਾਲ ਭਾਰਤ ਵਿੱਚ ਪਰਾਕਰਮ ਦਿਵਸ ਦੇ ਵਜੋਂ ਕੀ ਮਨਾਇਆ ਜਾਇਆ ਕਰੇਗਾ, ਠੀਕ ਹੈ ਨਾ, ਪਰਾਕਰਮ ਦਿਵਸ ਦੇ ਵਜੋਂ ਮਨਾਇਆ ਜਾਇਆ ਕਰੇਗਾ 23 ਜਨਵਰੀ ਨੂੰ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਜਯੰਤੀ 'ਤੇ। ਤਾਂ ਕਰਕੇ ਇਹਨਾਂ ਬਾਰੇ ਇੰਪੋਰਟੈਂਟ ਹੈ। ਖੈਰ ਇਹਨਾਂ ਬਾਰੇ ਆਪਾਂ ਕੱਲ੍ਹ ਨੂੰ ਵੀ ਪੜ੍ਹਾਂਗੇ, ਠੀਕ ਹੈ ਨਾ, ਆਪਣੇ ਫੇਮਸ ਇੱਕ ਸੁਤੰਤਰਤਾ ਸੈਨਾਨੀ ਹੋਏ ਨੇ ਜੀ ਇਹ, ਔਰ ਇਹਨਾਂ ਬਾਰੇ ਆਪਾਂ ਕੱਲ੍ਹ ਦੀ ਕਲਾਸ ਵਿੱਚ ਗੱਲਬਾਤ ਕਰਾਂਗੇ। ਸੋ ਹੁਣ ਗੱਲ ਕਰਦੇ ਹਾਂ ਜੀ ਅੱਜ ਦੇ ਫਸਟ ਕੁਐਸਚਨ ਬਾਰੇ। ਆਪਣੀ ਪਹਿਲੀ ਕਰੰਟ ਅਫੇਅਰ ਨਿਊਜ਼ ਹੈ, ਹੂ ਵਿਲ ਬਿਕਮ ਦੀ ਫਸਟ ਫੀਮੇਲ ਫਾਈਟਰ ਪਾਇਲਟ ਟੂ ਪਾਰਟੀਸਪੇਟ ਇਨ ਦੀ ਰਿਪਬਲਿਕ ਡੇ ਪਰੇਡ। ਦੇਖੋ ਜੀ ਕਹਿੰਦੇ ਕੌਣ ਗਣਤੰਤਰ ਦਿਵਸ ਦੀ ਪਰੇਡ ਦੇ ਵਿੱਚ ਹਿੱਸਾ ਲੈਣ ਵਾਲੀ ਪਹਿਲੀ ਮਹਿਲਾ ਲੜਾਕੂ ਜਹਾਜ਼ ਪਾਇਲਟ ਹੁਣ ਬਣੇਗੀ। ਇਹਨਾਂ ਦਾ ਨਾਮ ਮੋਸਟ ਇੰਪੋਰਟੈਂਟ ਆਪਣੇ ਲਈ ਰਹਿਣ ਵਾਲਾ ਜੀ, ਔਰ ਇਹਨਾਂ ਦਾ ਨਾਮ ਹੈਗਾ ਭਾਵਨਾ ਕਾਂਤ, ਠੀਕ ਹੈ ਨਾ, ਭਾਵਨਾ ਕਾਂਤ ਇਹਨਾਂ ਦਾ ਨਾਮ ਹੈਗਾ ਜੀ। ਔਰ ਭਾਵਨਾ ਕਾਂਤ ਦੀ ਅਗਰ ਆਪਾਂ ਗੱਲ ਕਰੀਏ, ਦੇਖੋ ਜੀ ਪਹਿਲੀ ਗੱਲ ਤਾਂ ਇਹਦਾ ਨਾਮ ਤਾਂ ਵੀ ਇੰਪੋਰਟੈਂਟ ਹੈ ਕਿਉਂਕਿ ਭਾਵਨਾ ਕਾਂਤ ਉਹਨਾਂ ਔਰਤਾਂ ਦੇ ਵਿੱਚੋਂ ਇੱਕ ਆ ਜਿਹੜੀਆਂ ਪਹਿਲੀ ਵਾਰ ਆਪਣੀ ਇੰਡੀਅਨ ਏਅਰ ਫੋਰਸ ਦੇ ਵਿੱਚ ਕੀ ਹੈਗੀ ਮਹਿਲਾਵਾਂ ਜਿਹੜੀਆਂ ਪਾਇਲਟ ਵਜੋਂ ਕੀ ਸ਼ਾਮਿਲ ਹੋਈਆਂ ਸੀ ਸਾਲ 2016 ਦੇ ਵਿੱਚ, ਠੀਕ ਹੈ ਨਾ, ਸਾਲ 2016 ਦੇ ਵਿੱਚ ਭਾਵਨਾ ਕਾਂਤ। ਆਪਸ਼ਨ ਨੰਬਰ B ਤੁਸੀਂ ਦੇਖ ਸਕਦੇ ਹੋਗੇ ਮੋਨਾ ਸਿੰਘ ਔਰ ਅਵਨੀ ਚਤੁਰਵੇਦੀ, ਇਹ ਤਿੰਨ ਜਿਹੜੀਆਂ ਮਹਿਲਾਵਾਂ ਸੀ ਆਪਣੀ ਇੰਡੀਅਨ ਏਅਰ ਫੋਰਸ ਵਿੱਚ ਸ਼ਾਮਿਲ ਹੋਈਆਂ ਸੀਗੀਆਂ। ਔਰ ਪਹਿਲੀ ਮਹਿਲਾ ਦੇ ਵਿੱਚ ਜਿਹੜੀਆਂ ਸ਼ਾਮਿਲ ਹੋਣ ਵਾਲੀਆਂ ਪਾਇਲਟ ਦੇ ਵਿੱਚੋਂ ਕੀ ਹੈ ਇਹਨਾਂ ਵਿੱਚੋਂ ਇਹ ਇੱਕ ਹੈਗੀ, ਤਾਂ ਕਰਕੇ ਵੀ ਇਹਨਾਂ ਨਾਮ ਇੰਪੋਰਟੈਂਟ ਹੈ। ਬਾਕੀ ਵੈਸੇ ਤਾਂ ਇੰਪੋਰਟੈਂਟ ਹੁਣ ਹੈਗੀ ਆ ਕਿਉਂਕਿ ਪਹਿਲੀ ਵਾਰ ਕੋਈ ਮਹਿਲਾ ਰਿਪਬਲਿਕ ਡੇ ਦੀ ਪਰੇਡ ਵਿੱਚ ਸ਼ਾਮਿਲ ਹੋਏਗੀ, ਔਰ ਇਹਨਾਂ ਦਾ ਨਾਂ ਹੈਗਾ ਭਾਵਨਾ ਕਾਂਤ। ਅੱਛਾ, ਭਾਵਨਾ ਕਾਂਤ ਬਾਰੇ ਗੱਲ ਕਰੀਏ ਤਾਂ ਇਹਨਾਂ ਦੇ ਪਲੇਨ ਦਾ ਨਾਮ ਯਾਦ ਰੱਖਣਾ ਜਿਹੜਾ ਇਹ ਪਲੇਨ ਉਡਾਉਂਦੀ ਹੈਗੀ, ਔਰ ਇਹਦੇ ਪਲੇਨ ਦਾ ਨਾਮ ਹੈਗਾ MiG-21 ਔਰ ਬਾਈਸਨ, ਠੀਕ ਹੈ ਨਾ, MiG-21 ਬਾਈਸਨ ਇਹਨਾਂ ਦੇ ਪਲੇਨ ਦਾ ਨਾਮ ਹੈਗਾ, ਤਾਂ ਤੁਸੀਂ ਪਲੇਨ ਦਾ ਨਾਮ ਯਾਦ ਰੱਖਣਾ। ਬਾਕੀ ਭਾਵਨਾ ਕਾਂਤ ਇਹਨਾਂ ਦਾ ਨਾਮ ਵੀ ਯਾਦ ਰੱਖਣਾ। ਹੁਣ ਤੱਕ ਵੈਸੇ ਟੋਟਲ 10 ਜਿਹੜੀਆਂ ਮਹਿਲਾਵਾਂ ਹੈਗੀਆਂ ਨੇ ਆਪਣੀ ਏਅਰ ਫੋਰਸ ਜਿਹੜੀਆਂ ਪਾਇਲਟ ਨੇ ਫਾਈਟਰ ਪਲੇਨ ਦੀਆਂ, ਠੀਕ ਹੈ ਨਾ, ਯਾਦ ਰੱਖਣਾ। ਸੋ ਗੱਲ ਕਰਦੇ ਹਾਂ ਜੀ ਨੈਕਸਟ ਕੁਐਸਚਨ ਬਾਰੇ ਹੁਣ। ਵਿਚ ਸਟੇਟ ਆਫ ਇੰਡੀਆ ਟੌਪ ਇਨ ਇਨੋਵੇਸ਼ਨ ਇੰਡੈਕਸ ਰਿਲੀਜ਼ਡ ਬਾਈ ਨੀਤੀ ਆਯੋਗ। ਦੇਖੋ ਜੀ ਕਹਿੰਦੇ ਨੀਤੀ ਆਯੋਗ ਦੁਆਰਾ ਜਾਰੀ ਕੀਤੇ ਗਏ ਨਵੀਨਤਾ ਸੂਚਕਾਂਕ ਦੇ ਵਿੱਚ ਭਾਰਤ ਦਾ ਕਿਹੜਾ ਰਾਜ ਸਿਖਰ 'ਤੇ ਹੈਗਾ। ਦੇਖੋ ਜਿਹੜਾ ਪਹਿਲੀ ਗੱਲ ਯਾਦ ਰੱਖਣਾ ਇਨੋਵੇਸ਼ਨ ਇੰਡੈਕਸ, ਇਹ ਜਾਰੀ ਕੀਤਾ ਜਾਂਦਾ ਹਮੇਸ਼ਾ ਨੀਤੀ ਆਯੋਗ ਦੇ ਦੁਆਰਾ। ਔਰ ਇਸ ਇਨੋਵੇਸ਼ਨ ਇੰਡੈਕਸ ਵਿੱਚ ਇਸ ਸਾਲ ਟੌਪ 'ਤੇ ਰਿਹਾ ਜੀ ਕਰਨਾਟਕਾ ਸਟੇਟ। ਕਰਨਾਟਕਾ ਦਾ ਦੇਖੋ ਟੌਪ 'ਤੇ ਰਿਹਾ ਹੈਗਾ, ਔਰ ਦੂਜੇ ਨੰਬਰ 'ਤੇ ਰਿਹਾ ਜੀ ਮਹਾਰਾਸ਼ਟਰ ਸਟੇਟ, ਔਰ ਤੀਜੇ ਨੰਬਰ 'ਤੇ ਰਿਹਾ ਜੀ ਤਮਿਲਨਾਡੂ ਸਟੇਟ, ਠੀਕ ਹੈ ਨਾ। ਦੇਖੋ ਆਪਾਂ ਨੂੰ ਅਗਰ ਆਪਾਂ ਗੱਲ ਕਰੀਏ ਟੌਪ ਵਾਲਾ ਪਤਾ ਹੋਣਾ ਚਾਹੀਦਾ ਕਰਨਾਟਕਾ, ਔਰ ਆਪਾਂ ਨੂੰ ਪਤਾ ਚਾਹੀਦਾ ਆਪਣਾ ਪੰਜਾਬ ਕਿੰਨਵੇਂ ਨੰਬਰ 'ਤੇ ਰਿਹਾ, ਤਾਂ ਪੰਜਾਬ ਇਸ ਵਾਰ ਰਿਹਾ ਜੀ 10ਵੇਂ ਨੰਬਰ 'ਤੇ, ਠੀਕ ਹੈ ਨਾ, ਪੰਜਾਬ 10ਵੇਂ ਨੰਬਰ 'ਤੇ ਰਿਹਾ ਇਨੋਵੇਸ਼ਨ ਇੰਡੈਕਸ ਵਿੱਚ। ਜਦ ਕਿ ਕਰਨਾਟਕਾ ਦੀ ਗੱਲ ਕਰੀਏ ਇਹਦੇ ਪੁਆਇੰਟ ਦੀ ਜਾਣੀ ਕਿ ਸਕੋਰ ਕਿੰਨਾ ਰਿਹਾ ਇਹਦਾ 42.5 ਜਾਣੀ ਕਿ 42.5 ਸਕੋਰ ਰਿਹਾ, ਔਰ ਪੰਜਾਬ ਦਾ 10ਵੇਂ ਨੰਬਰ ਦਾ ਰੈਂਕ ਆ, ਔਰ ਪੰਜਾਬ ਦਾ ਸਕੋਰ ਹੈਗਾ 22.54, ਠੀਕ ਹੈ, ਜਾਣੀ ਕਿ 22.5 ਲਗਭਗ ਤੁਸੀਂ ਕਹਿ ਸਕਦੇ ਹੋਗੇ। ਤਾਂ ਇਹਦੇ ਬਾਰੇ ਤੁਹਾਨੂੰ ਯਾਦ ਰੱਖਣਾ ਜੀ ਇਨੋਵੇਸ਼ਨ ਇੰਡੈਕਸ ਬਾਰੇ ਜਾਰੀ ਕੀਤਾ ਜੀ ਇਹ ਨੀਤੀ ਆਯੋਗ ਨੇ। ਅੱਛਾ, ਨੀਤੀ ਆਯੋਗ ਦੀ ਜਦ ਵੀ ਗੱਲ ਕਰਦੇ ਹਾਂ ਤਾਂ ਨੀਤੀ ਆਯੋਗ ਨੇ ਨਾ ਕਈ ਇੰਡੈਕਸ ਜਿਹੜੇ ਹਾਲ ਹੀ ਦੇ ਵਿੱਚ ਜਾਰੀ ਕੀਤੇ ਸੀਗੇ। ਇਹਨਾਂ ਬਾਰੇ ਗੱਲਬਾਤ ਕਰੀਏ ਸਭ ਤੋਂ ਪਹਿਲਾਂ ਯਾਦ ਰੱਖਣਾ ਵਾਟਰ ਮੈਨੇਜਮੈਂਟ ਇੰਡੈਕਸ ਜਾਰੀ ਕੀਤਾ ਸੀ ਨੀਤੀ ਆਯੋਗ ਨੇ। ਇਸ ਦੇ ਵਿੱਚ ਟੌਪ 'ਤੇ ਰਿਹਾ ਸੀ ਜੀ ਗੁਜਰਾਤ ਸਟੇਟ,
अपने पंजाब की गल करिए वाटर मैनेजमेंट इंडैक्स में 9वें नंबर पर रहा सीगा, ठीक है, याद रखना। बाकी नीति आयोग ने ही एक्सपोर्ट प्रिपेयरनेस इंडैक्स ਨੂੰ जारी किया सी, इस दे विच भी गुजरात टॉप ते सीगा। और अपने पंजाब की गल करिए 18वें नंबर पर रहा सी, ठीक है ना। और इस तो इलावा स्कूल एजुकेशन क्वालिटी इंडैक्स भी जारी किया नीति आयोग ने। केरला स्टेट ये टॉप ते सी, अपने पंजाब की गल करिए 18वें नंबर पर सी इस विच भी, ठीक है ना। और ये नीति आयोग का एक होर इंडैक्स हैल्थ इंडैक्स भी जारी किया सी। हैल्थ इंडैक्स विच भी केरला टॉप ते सी, पंजाब सी 5वें नंबर पर, ठीक है ना। तो इन्हां विच भी याद रखना, ये भी इंपोर्टेंट ने गया। बाकी अज वाला इनोवेशन इंडैक्स ये भी इंपोर्टेंट है। ये करनाटका स्टेट टॉप पर रहेगा और अपना पंजाब रहेगा 10वें नंबर पर। अच्छा, ये ओवरऑल तो करनाटका टॉप पर है। अगर तुहानूं पुछ लैण भी जिहड़े पहाड़ी राज ने उन्हां विच टॉप पर कौन है इनोवेशन इंडैक्स विच, तो उन्हां विच टॉप पर हैगा जी हिमाचल प्रदेश। और कदे पुछ लैण, अगर तुहानूं पुछ लैण भी मतलब यूटियां जिहड़ियां अपणियां यानी कि केंद्र शासित प्रदेश दे विच उन्हां विच किहड़ा टॉप पर है इनोवेशन इंडैक्स विच, तो वो टॉप पर रहा जी दिल्ली, ठीक है ना। तो नाल ये भी याद रखना। बाकी नीति आयोग बारे भी गलबात आई है। नीति आयोग देखो जी स्थापना 2015 में हुई सी, प्लैनिंग कमीशन की थां ते नीति आयोग नूं लिआंदा गया सी। और नीति आयोग के चेयरमैन की गल करिए हमेशा प्रधानमंत्री होंगे ने, तो कौन है ये चेयरमैन हुण, प्रधानमंत्री नरेंद्र मोदी है। बाकी वाइस चेयरमैन की गल करिए तो राजीव कुमार है और CEO अमिताभ कांत साहब है, ठीक है ना। तो इन्होंने बारे भी याद रखना। अच्छा, नीति आयोग बारे तो गल कर रहे हैं, नीति का पूरा नाम की होंगे, नीति का पूरा होंगे नैशनल इंस्टीट्यूशन ऑफ ट्रांसफॉर्मिंग इंडिया, ठीक है ना, याद रखना। सो इन्ने फैक्ट इस क्वेश्चन नाल रिलेटेड याद रखने जी, सारे इंपोर्टेंट ने। सो गल करते हैं नैक्सट क्वेश्चन बारे हुण आपां। बट डिड इंडियन रेलवे रीनेम हावड़ा कालका मेल ट्रेन, देखो जी कहते भारतीय रेलवे ने हावड़ा कालका मेल रेल गड्डी का नाम हुण की रख दिता बदल के। तो याद रखना जी भारतीय रेलवे के वलों जी हावड़ा कालका मेल रेल गड्डी सी, इहदा नाम हुण बदल के रख दिता नेता जी एक्सप्रैस। ऑप्शन नंबर बी बिल्कुल अपना राइट आंसर हो जाएगा जी इत्थे, ठीक है, ध्यान में रखना। अच्छा, नेता जी एक्सप्रैस ही क्यों रखिया, क्योंकि आपको पता कल यानी कि 23 जनवरी को नेता जी सुभाष चंद्र बोस की 125वीं जयंती हैगी अपने देश में, तां करके इहदा नाम नेता जी एक्सप्रैस रखा गया इन्ना करके, ठीक है ना। तो याद रखना पहला वाला नाम भी इंपोर्टेंट है हावड़ा कालका मेल, और हुण जिहड़ा नाम रखेगा नेता जी एक्सप्रैस रखा इस रेलगड्डी का नाम, ठीक है ना। तो ये सुनिए याद रखना। अच्छा, गल इंडियन रेलवे की आई है तो अपने रेलवे मिनिस्टर कौन है, पीयूष गोयल साहब है। और रेलवे बोर्ड के चेयरमैन के CEO कौन बने सी, याद रखना सुनीत शर्मा साहब बने सी। तो इन्होंने नाम भी ध्यान में रखना पएगा। सो गल करते हैं नैक्सट क्वेश्चन बारे। हू वाज गिवन एडिशनल चार्ज ऑफ मिनिस्ट्री ऑफ आयुष, देखो जी कहते किसनों आयुष मंत्रालय का वाधू चार्ज दे दिता गया गा। देखो पहले तो गल करिए आयुष मंत्रालय की, ये मिनिस्टर कौन से अपने श्रीपद जैसो नाइक साहब से। हुण की गल हुई जिहड़े श्रीपद जैसो नाइक से इन्हां नाल कि एक रोड एक्सीडेंट हो चुकिया सीगा और जिहदे करके हॉस्पिटल में एडमिट ने। और जिन्ना टाइम हुण श्रीपद जैसो नाइक हॉस्पिटल में रहणगे तद तक जिहड़ा आयुष मंत्रालय उसनूं सामभणगे हुण किरण रिजिजू साहब। ऑप्शन नंबर ए बिल्कुल राइट आंसर है जी अपना। और किरण रिजिजू की गल करिए तो अपने स्पोर्ट्स एंड यूथ अफेयर मिनिस्टर है ने और हुण इन्हां कोले आयुष मंत्रालय भी आ चुकिया एडिशनल तौर पर आया पर, ठीक है, याद रखना। देखो ये मिलते जुलते तुहानूं मैं एक दो क्वेश्चन दस दांगा। अपने एक मिनिस्टर सीगे राम बिलास पासवान साहब, उन्होंने रीसेंट में डैथ हुई सी और उन्होंने को एक मिनिस्ट्री सी कंज्यूमर अफेयर एंड फूड पब्लिक डिस्ट्रीब्यूशन। और जी देखो इन्होंने तो डैथ हो गई पर जी मिनिस्ट्री है ये हुण किने सांभ ली है, ये सांभ लिया पीयूष गोयल साहब ने जिहड़े कि अपने रेलवे मिनिस्टर ने। और इस तरीके देखो हरसिमरत कौर बादल, तुहानूं पता भी उन्हें तो हुण रिजाइन देता और वो कोल मिनिस्ट्री किहड़ी सी फूड प्रोसैसिंग मिनिस्ट्री सी। और फूड प्रोसैसिंग मिनिस्ट्री हुण किहदे कोल आ, तो ये चली गया नरेंद्र सिंह तोमर को। ये भी तुहानूं पता कौन है, भली भांति अपने खेतीबाड़ी मिनिस्टर है, ठीक है ना। तो इन्हां बारे भी याद रखना जी। सो गल करते हैं नैक्सट क्वेश्चन बारे हुण आपां। इन विच सिटी ऑफ उत्तर प्रदेश इज़ दी स्ट्रॉबेरी फैसटीवल बीइंग ऑर्गेनाइज्ड फॉर दी फस्ट टाइम। देखो जी कहते उत्तर प्रदेश के किहड़े शहर में पहली बार स्ट्रॉबेरी फैसटीवल आयोजित किया जा रहा है। देखो जी हुण उत्तर प्रदेश का झांसी शहर है ना, इत्थे हुण पहली बार उत्तर प्रदेश CM योगी आदित्यनाथ द्वारा की इहदा उद्घाटन किया गया इस फैसटीवल का। और ये स्ट्रॉबेरी फैसटीवल पहली बार आयोजित किया गया अपने देश में। बाकी ये जिहड़ा फैसटीवल है हुण अगले 1 महीने तक चलण वाला जी, कित्थे हो रहा, झांसी में हो रहा है उत्तर प्रदेश के। और इहदा उद्देश की है, इहदा उद्देश यही है भी जिहड़े वध तों वध किसान स्ट्रॉबेरी की खेती करन और अपनी आमदनी में वाधा कर लैण, ठीक है ना। तो इहदा मुख उद्देश है जी। बाकी यूपी बारे गलबात करिए तो यूपी के CM हुणी दस्सिया योगी आदित्यनाथ ने, गवर्नर है जी आनंदीबेन पटेल। और आनंदीबेन पटेल ने 2 फैक्ट दसदा हुंदा हमेशा,
ਇਹਨਾਂ ਨੇ ਇੱਕ ਬੁੱਕ ਲਿਖੀ ਸੀ ਬਾਏ ਬਾਏ ਕਰੋਨਾ ਨਾਂ ਦੀ, ਔਰ ਮਹਿਲਾਵਾਂ ਦੀ ਸੁਰੱਖਿਆ ਵਾਸਤੇ ਸੇਵ ਸਿਟੀ ਪ੍ਰੋਜੈਕਟ ਨੂੰ ਵੀ ਸ਼ੁਰੂ ਕੀਤਾ ਸੀ ਆਨੰਦੀਬੇਨ ਪਟੇਲ ਨੇ। ਆਨੰਦੀਬੇਨ ਪਟੇਲ ਮੱਧ ਪ੍ਰਦੇਸ਼ ਦੀ ਵੀ ਗਵਰਨਰ ਐਡੀਸ਼ਨਲ ਤੌਰ 'ਤੇ, ਠੀਕ ਹੈ ਨਾ, ਯਾਦ ਰੱਖਣਾ। ਬਾਕੀ ਯੂਪੀ ਦੀ ਗੱਲ ਆਈ ਹੈ। ਯੂਪੀ ਬਾਰੇ ਦੇਖੋ, ਆਪਾਂ ਨੇ ਰੀਸੈਂਟ ਵਿੱਚ ਪੜ੍ਹਿਆ ਸੀ, ਇੱਕ ਮੁੱਖ ਮੰਤਰੀ ਮਾਟੀ ਕਲਾ ਰੋਜ਼ਗਾਰ ਯੋਜਨਾ ਨੂੰ ਸ਼ੁਰੂ ਕੀਤਾ ਸੀ ਯੂਪੀ ਨੇ। ਬਾਕੀ ਵਿਸ਼ਵਕਰਮਾ ਸ਼ਰਮ ਸਨਮਾਨ ਯੋਜਨਾ ਵੀ ਯੂਪੀ ਦੀ ਹੈ। ਪ੍ਰਧਾਨ ਮੰਤਰੀ ਆਵਾਸ ਯੋਜਨਾ ਅਰਬਨ ਦੀ ਇੱਕ ਰੈਂਕਿੰਗ ਆਈ ਸੀ, ਇਸ ਰੈਂਕਿੰਗ ਦੇ ਵਿੱਚੋਂ ਟੌਪ 'ਤੇ ਰਿਹਾ ਸੀ ਯੂਪੀ ਸਟੇਟ। ਬਾਕੀ ਇੱਕ ਨਾ BC ਸਖੀ ਨਾਂ ਦੀ ਯੋਜਨਾ ਨੂੰ ਵੀ ਸ਼ੁਰੂ ਕੀਤਾ ਸੀ ਯੂਪੀ ਦੇ ਦੁਆਰਾ, ਤਾਂ ਕਿ ਜਿਹੜੇ ਯੂਪੀ ਦੇ ਪਿੰਡ ਨੇ, ਉੱਤਰ ਪ੍ਰਦੇਸ਼ ਦੇ ਪਿੰਡ ਨੇ, ਉੱਥੋਂ ਤੱਕ ਕਿ ਬੈਂਕਿੰਗ ਸਹੂਲਤਾਂ ਨੂੰ ਪਹੁੰਚਾਇਆ ਜਾ ਸਕੇ। ਔਰ ਯੂਪੀ ਨਾਲ ਯਾਦ ਰੱਖ ਸਕਦੇ ਹੋ, ਦੇਖੋ ਜਦੋਂ ਆਪਣਾ ਲੋਕਡਾਊਨ ਸੀ ਤਾਂ ਯੂਪੀ ਸਰਕਾਰ ਨੇ ਹੱਥ ਧੋਣਾ ਰੋਕੇ ਕਰੋਨਾ ਨਾਂ ਦਾ ਇੱਕ ਅਭਿਆਨ ਵੀ ਸ਼ੁਰੂ ਕੀਤਾ ਸੀਗਾ। ਅਤੇ ਨਿਊਜ਼ ਵੀ ਤੁਸੀਂ ਯੂਪੀ ਨਾਲ ਰਿਲੇਟਡ ਯਾਦ ਰੱਖਣੀ ਹੈ, ਠੀਕ ਹੈ ਜੀ। ਸੋ ਗੱਲ ਕਰਦੇ ਹਾਂ ਨੈਕਸਟ ਕੁਐਸਚਨ ਬਾਰੇ। ਬਟ ਇਟ ਗੁਜਰਾਤ ਗਵਰਨਮੈਂਟ ਚੇਂਜ ਟੂ ਦੀ ਨੇਮ ਆਫ ਡਰੈਗਨ ਫਰੂਟ। ਦੇਖੋ ਜੀ, ਗੁਜਰਾਤ ਸਰਕਾਰ ਨੇ ਕਹਿੰਦੇ ਡਰੈਗਨ ਫਰੂਟ ਦਾ ਨਾਮ ਬਦਲ ਕੇ ਕੀ ਰੱਖਤਾ। ਦੇਖੋ ਜੀ, ਜਿਹੜਾ ਡਰੈਗਨ ਫਰੂਟ ਆ ਇਹਦਾ ਹੁਣ ਨਾਮ ਬਦਲਿਆ ਵਿਜੇ ਰੂਪਾਨੀ ਸਾਹਿਬ ਨੇ। ਵਿਜੇ ਰੂਪਾਨੀ ਗੁਜਰਾਤ ਦੇ CM ਨੇਗੇ, ਔਰ ਵਿਜੇ ਰੂਪਾਨੀ ਨੇ ਕਿਹਾ ਵੀ ਜਿਹੜਾ ਡਰੈਗਨ ਫਰੂਟ ਆ, ਜਦ ਵੀ ਨਾਮ ਜਿਹਾ ਸੁਣਦੇ ਆ ਵੀ ਇੱਦਾਂ ਲੱਗਦਾ ਜਿਵੇਂ ਕੋਈ ਚਾਈਨਾ ਦਾ ਫਰੂਟ ਹੁੰਦਾ ਇਹ, ਤਾਂ ਕਰਕੇ ਇਹਦਾ ਨਾਮ ਬਦਲਤਾ ਡਰੈਗਨ ਫਰੂਟ ਦਾ। ਅੱਛਾ, ਹੁਣ ਬਦਲ ਕੇ ਰੱਖਿਆ ਕੀ ਹੈਗਾ, ਦੇਖੋ ਆਪਸ਼ਨਾਂ ਪੜ੍ਹੋ ਇੱਕ ਵਾਰੀ। ਪਹਿਲੀ ਆਪਸ਼ਨ ਹੈ ਕਲਮਲ, ਦੂਜੀ ਹੈਗੀ ਮਕਲਮ, ਤੀਜੀ ਹੈਗੀ ਕਮਲਮ, ਔਰ ਚੌਥੀ ਹੈਗੀ ਲਮਕਮ। ਚਾਰੇ ਆਪਸ਼ਨਾਂ ਬਹੁਤ ਉਲਝਾਉਣ ਵਾਲੀਆਂ, ਹੋ ਸਕਦਾ ਪੇਪਰ ਵਿੱਚ ਇੱਦਾਂ ਦੀਆਂ ਆਪਸ਼ਨ ਤੁਹਾਨੂੰ ਮਿਲ ਜਾਣ, ਠੀਕ ਹੈ ਨਾ। ਤਾਂ ਤੁਹਾਨੂੰ ਯਾਦ ਰੱਖਣਾ, ਇਹਦਾ ਰਾਈਟ ਆਨਸਰ ਹੋ ਜਾਏਗਾ ਆਪਸ਼ਨ ਨੰਬਰ C, ਕਮਲਮ ਰਾਈਟ ਆਨਸਰ ਹੈਗਾ ਜੀ, ਠੀਕ ਹੈ। ਅੱਛਾ, ਕਮਲਮ ਹੀ ਕਿਉਂ ਰੱਖਿਆ ਇਹਦਾ ਨਾਮ, ਕਿਉਂਕਿ ਜਿਹੜਾ ਡਰੈਗਨ ਫਰੂਟ ਹੈ ਨਾ ਦੇਖਣ ਵਿੱਚ ਬਿਲਕੁਲ ਕਮਲ ਦੇ ਫੁੱਲ ਵਰਗਾ ਗਾ, ਔਰ ਤਾਂ ਕਰਕੇ ਕਮਲ ਦੇ ਫੁੱਲ ਤੋਂ ਇਹਦਾ ਨਾਮ ਰੱਖਤਾ ਕਮਲਮ, ਠੀਕ ਹੈ ਨਾ। ਸੋ ਤੁਹਾਨੂੰ ਯਾਦ ਰੱਖਣਾ ਡਰੈਗਨ ਫਰੂਟ ਦਾ ਨਾਮ ਬਦਲਿਆ ਗੁਜਰਾਤ ਸਰਕਾਰ ਨੇ। ਅੱਛਾ, ਗੱਲ ਗੁਜਰਾਤ ਦੀ ਆ, ਗੁਜਰਾਤ ਬਾਰੇ ਵੀ ਡਿਸਕਸ਼ਨ ਕਰ ਲੈਂਦੇ ਹਾਂ। ਗੁਜਰਾਤ ਦੇ CM ਵਿਜੇ ਰੂਪਾਨੀ ਹੁਣੀ ਦੱਸਿਆ ਹੈਗਾ। ਗੁਜਰਾਤ ਦੀ ਕੈਪੀਟਲ ਹੈ ਜੀ ਗਾਂਧੀ ਨਗਰ, ਔਰ ਗੁਜਰਾਤ ਦੇ ਗਵਰਨਰ ਆਚਾਰਿਆ ਦੇਵਰਤ ਸਾਹਿਬ ਨੇ। ਔਰ ਗੁਜਰਾਤ ਦੇ ਚੀਫ ਜਸਟਿਸ ਦਾ ਨਾਮ ਯਾਦ ਰੱਖ ਸਕਦੇ ਹੋ ਬਿਕਰਮ ਨਾਥ ਸਾਹਿਬ ਹੈਗਾ, ਠੀਕ ਹੈ ਨਾ, ਯਾਦ ਰੱਖਣਾ। ਬਾਕੀ ਗੁਜਰਾਤ ਬਾਰੇ ਗੱਲ ਕਰੀਏ ਤਾਂ ਗੁਜਰਾਤ ਬਾਰੇ ਆਪਾਂ ਨੇ ਰੀਸੈਂਟ ਵਿੱਚ ਪੜ੍ਹਿਆ ਸੀ ਜੀ, ਕਰੁਣਾ ਨਾਂ ਦਾ ਇੱਕ ਅਭਿਆਨ ਸ਼ੁਰੂ ਕੀਤਾ ਸੀ ਗੁਜਰਾਤ ਸਰਕਾਰ ਨੇ। ਦੇਸ਼ ਦੀ ਪਹਿਲੀ ਲੀਥੀਅਮ ਰਿਫਾਈਨਰੀ ਯਾਨੀ ਕਿ ਫੈਕਟਰੀ ਨੂੰ ਵੀ ਕੀ ਹੁਣ ਸਥਾਪਿਤ ਕਰੇਗਾ ਗੁਜਰਾਤ ਸਟੇਟ, ਯਾਦ ਰੱਖਣਾ। ਬਾਕੀ ਗੁਜਰਾਤ ਆਪਣੇ ਦੇਸ਼ ਦਾ ਪਹਿਲਾ ਰਾਜ ਬਣਿਆ ਜਿਸ ਨੇ ਗੁਜਰਾਤ ਪੁਲਿਸ ਨੂੰ ਟੇਸਰ ਗੰਨਾਂ ਦਿੱਤੀਆਂ ਸੀਗੀਆਂ। ਆਪਣੇ ਦੇਸ਼ ਦੀ ਪਹਿਲੀ ਸ਼ਹਿਦ ਰਿਸਰਚ ਪ੍ਰਯੋਗਸ਼ਾਲਾ ਇੱਕ ਉਹ ਵੀ ਗੁਜਰਾਤ ਵਿੱਚ ਬਣਾਈ ਜਾ ਰਹੀ ਹੈ ਹੁਣ। ਬਾਕੀ ਪਹਿਲੇ ਕੁਐਸਚਨ ਵਿੱਚ ਹੀ ਪੜ੍ਹਿਆ ਸੀ ਜੀ, ਨੀਤੀ ਆਯੋਗ ਦੀ ਇੱਕ ਰਿਪੋਰਟ ਸੀ ਐਕਸਪੋਰਟ ਪ੍ਰਪੇਅਰਨੈਸ ਇੰਡੈਕਸ ਨਾਂ ਦੀ, ਉਸ ਦੇ ਵਿੱਚ ਟੌਪ 'ਤੇ ਰਿਹਾ ਸੀ ਗੁਜਰਾਤ। ਬਾਕੀ ਵਾਟਰ ਮੈਨੇਜਮੈਂਟ ਇੰਡੈਕਸ ਉਹਦੇ ਵਿੱਚ ਵੀ ਟੌਪ 'ਤੇ ਰਿਹਾ ਸੀ ਗੁਜਰਾਤ। ਔਰ ਦੁਨੀਆ ਦਾ ਸਭ ਤੋਂ ਵੱਡਾ ਰਿਨਿਊਏਬਲ ਐਨਰਜੀ ਪਾਰਕ ਇਹ ਵੀ ਗੁਜਰਾਤ ਦੇ ਕੱਛ ਜ਼ਿਲ੍ਹੇ ਦੇ ਵਿੱਚ ਸਥਾਪਿਤ ਕੀਤਾ ਜਾ ਰਿਹਾ ਹੁਣ। ਅਤੇ ਇਹ ਸਾਰੀਆਂ ਨਿਊਜ਼ ਗੁਜਰਾਤ ਨਾਲ ਰਿਲੇਟਡ ਯਾਦ ਰੱਖਣੀਆਂ ਜੀ, ਸਾਰੀਆਂ ਇੰਪੋਰਟੈਂਟ ਨੇ। ਅੱਛਾ, ਗੁਜਰਾਤ ਦੇ ਨਾ ਨੈਸ਼ਨਲ ਪਾਰਕ ਵੀ ਕਈ ਵਾਰੀ ਆ ਚੁੱਕੇ ਨੇਗੇ। ਨੈਸ਼ਨਲ ਪਾਰਕ ਇੰਪੋਰਟੈਂਟ ਹੈ ਗੁਜਰਾਤ ਦੇ। ਗਿਰ ਨੈਸ਼ਨਲ ਪਾਰਕ ਹੈ ਜੀ ਗੁਜਰਾਤ, ਬਲੈਕ ਬਕ ਨੈਸ਼ਨਲ ਪਾਰਕ, ਬੰਸਰਾ ਨੈਸ਼ਨਲ ਪਾਰਕ ਵੀ ਗੁਜਰਾਤ ਵਿੱਚ, ਔਰ ਇੱਥੇ ਇੱਕ ਨੈਸ਼ਨਲ ਪਾਰਕ ਹੋਰ ਹੈ ਮਰੀਨ ਨੈਸ਼ਨਲ ਪਾਰਕ, ਠੀਕ ਹੈ ਨਾ, ਮਰੀਨ ਨੈਸ਼ਨਲ ਪਾਰਕ ਵੀ ਗੁਜਰਾਤ ਦਾ ਹੈਗਾ। ਅਤੇ ਸਾਰੇ ਫੈਕਟ ਤੁਸੀਂ ਗੁਜਰਾਤ ਨਾਲ ਰਿਲੇਟਡ ਯਾਦ ਰੱਖਣੇ ਜੀ, ਸਾਰੇ ਹੀ ਇੰਪੋਰਟੈਂਟ ਹੈ। ਸੋ ਗੱਲ ਕਰਦੇ ਹਾਂ ਨੈਕਸਟ ਕੁਐਸਚਨ ਬਾਰੇ। ਦੀ ਐਂਟਾਇਰ ਕੈਬਨਿਟ ਇਨਕਲੂਡਿੰਗ ਵਿਚ ਕੰਟਰੀਜ਼ PM ਮਾਰਕ ਰੂਟ ਰਿਜ਼ਾਈਨਡ। ਦੇਖੋ ਜੀ, ਕਹਿੰਦੇ ਕਿਸ ਦੇਸ਼ ਦੇ ਪ੍ਰਧਾਨ ਮੰਤਰੀ ਜਿਨ੍ਹਾਂ ਦਾ ਨਾਮ ਮਾਰਕ ਰੂਟ ਨੇ ਪੂਰੇ ਮੰਤਰੀ ਮੰਡਲ ਦੇ ਸਮੇਤ ਹੀ ਅਸਤੀਫਾ ਦੇ ਦਿੱਤਾ ਗਾ। ਦੇਖੋ ਜੀ, ਪ੍ਰਸ਼ਨ ਇੰਪੋਰਟੈਂਟ ਰਹੇਗਾ ਆਪਣੇ ਲਈ। ਔਰ ਮਾਰਕ ਰੂਟ ਦੀ ਮੈਂ ਗੱਲ ਕਰਾਂ ਤਾਂ ਇਹ ਨੀਦਰਲੈਂਡ ਕੰਟਰੀ ਦੇ ਪ੍ਰਧਾਨ ਮੰਤਰੀ ਸੀ, ਔਰ ਇਹਨਾਂ ਨੇ ਆਪਣੇ ਪੂਰੇ ਮੰਤਰੀ ਮੰਡਲ ਨਾਲ ਜਾਣੀ ਕਿ ਪੂਰੀ ਕੈਬਨਿਟ ਦੇ ਨਾਲ ਹੀ ਅਸਤੀਫਾ ਦੇ ਦਿੱਤਾ। ਅਸਤੀਫਾ ਕਿਉਂ ਦਿੱਤਾ ਹੈਗਾ, ਕਿਉਂਕਿ ਇਹਨਾਂ ਦੇ ਨੀਦਰਲੈਂਡ ਦੇ ਵਿੱਚ ਇੱਕ ਨਾ ਚਾਈਲਡ ਕੇਅਰ ਸਬਸਿਡੀ ਦਾ ਕੋਈ ਘੁਟਾਲਾ ਹੋ ਗਿਆ ਸੀ, ਜਿਨ੍ਹਾਂ ਵਿੱਚ ਇਹਨਾਂ ਦਾ ਨਾਮ ਆਇਆ ਸੀ, ਤਾਂ ਕਰਕੇ ਮਾਰਕ ਰੂਟ ਸਾਹਿਬ ਨੇ ਔਰ ਆਪਣੇ ਪੂਰੇ ਮੰਤਰੀ ਮੰਡਲ ਦੇ ਨਾਲ ਕਿਹਾ ਅਸਤੀਫਾ ਹੀ ਦੇ ਦਿੱਤਾ ਹੁਣ। ਤਾਂ ਇਹਨਾਂ ਨਾਮ ਧਿਆਨ ਵਿੱਚ ਰੱਖਣਾ ਇੰਪੋਰਟੈਂਟ ਰਹੇਗਾ। ਅੱਛਾ, ਨੀਦਰਲੈਂਡ ਦੀ ਗੱਲ ਕਰੀਏ, ਨੀਦਰਲੈਂਡ ਇੱਕ ਸ਼ਹਿਰ ਹੈਗਾ ਦੀ ਹੇਗ। ਦੀ ਹੇਗ ਦੇ ਵਿੱਚ ਦੋ ਇੰਪੋਰਟੈਂਟ ਆਰਗੇਨਾਈਜੇਸ਼ਨ ਦਾ ਹੈੱਡਕੁਆਟਰ ਹੈਗਾ। ਦੀ ਹੇਗ ਦੇ ਵਿੱਚ ਆਪਣਾ ਇੰਟਰਨੈਸ਼ਨਲ ਕੋਰਟ ਦਾ ਹੈੱਡਕੁਆਟਰ ਹੈਗਾ, ਠੀਕ ਹੈ ਨਾ, ਯਾਦ ਰੱਖਣਾ। ਔਰ ਇਸ ਤੋਂ ਇਲਾਵਾ ਦੀ ਆਰਗੇਨਾਈਜੇਸ਼ਨ ਫॉर ਦੀ ਪ੍ਰੋਹਿਬਿਸ਼ਨ ਆਫ ਕੈਮੀਕਲ ਵੈਪਨਸ, ਠੀਕ ਹੈ ਨਾ, ਕੈਮੀਕਲ ਵੈਪਨਸ। ਸੋ ਇਹਦਾ ਹੈੱਡਕੁਆਟਰ ਵੀ ਕਿੱਥੇ ਆ, ਦੀ ਹੇਗ ਦੇ ਵਿੱਚ ਆ, ਤਾਂ ਇਸ ਨੂੰ ਯਾਦ ਰੱਖਣਾ। ਬਾਕੀ ਨੀਦਰਲੈਂਡ ਦੀ ਕੈਪੀਟਲ ਦੀ ਗੱਲ ਕਰੀਏ ਤਾਂ ਐਮਸਟਰਡ ਇੱਥੋਂ ਦੀ ਕੈਪੀਟਲ ਹੈ, ਔਰ ਕਰੰਸੀ ਚੱਲਦੀ ਇੱਥੇ ਯੂਰੋ, ਠੀਕ ਹੈ ਨਾ। ਅਤੇ ਇਹ ਸਾਰੇ ਫੈਕਟ ਤੁਸੀਂ ਨੀਦਰਲੈਂਡ ਨਾਲ ਯਾਦ ਰੱਖਣੇ, ਸਾਰੇ ਇੰਪੋਰਟੈਂਟ ਨੇ। ਬਾਕੀ ਮਾਰਕ ਰੂਟ ਦਾ ਨਾਮ ਇੰਪੋਰਟੈਂਟ ਰਹੇਗਾ, ਠੀਕ ਹੈ ਨਾ। ਸੋ ਗੱਲ ਕਰਦੇ ਹਾਂ ਜੀ ਨੈਕਸਟ ਕੁਐਸਚਨ ਬਾਰੇ। ਹੂ ਹੈਜ਼ ਬਿਕਮ ਦੀ ਨਿਊ ਚੇਅਰਮੈਨ ਆਫ ਦੀ ਸੋਮਨਾਥ ਟੈਂਪਲ ਟਰਸਟ। ਦੇਖੋ ਜੀ, ਕਹਿੰਦੇ ਕੌਣ ਸੋਮਨਾਥ ਮੰਦਰ ਟਰਸਟ ਦਾ ਨਵਾਂ ਚੇਅਰਮੈਨ ਬਣ ਚੁੱਕਿਆ। ਇਹਨਾਂ ਬਾਰੇ ਯਾਦ ਰੱਖਣਾ, ਜਿਹੜੇ ਸੋਮਨਾਥ ਮੰਦਰ ਟਰਸਟ ਦੇ ਨਵੇਂ ਚੇਅਰਮੈਨ ਬਣੇ ਨੇ ਨਰਿੰਦਰ ਮੋਦੀ ਹੁਣ ਬਣਿਆ ਗਾ, ਠੀਕ ਹੈ ਜੀ।
देखो नरेंद्र मोदी बारे गल करिए तो हुण दूजा प्रधानमंत्री हो जाएगा जिहड़ा सोमनाथ मंदिर ट्रस्ट का चेयरमैन बनया। इस तो पहला मुरारी जी देसाई भी रह चुके ने, ठीक है ना। बाकी हुण नरेंद्र मोदी दूजे पीएम बने इसके क्या प्रधान बनने वाले। अच्छा सोमनाथ मंदिर हैगा कित्थे हैगा? गुजरात दे विच हैगा। देखो कई बार आपां नूं एग्जाम टैंपल दे नाल रिलेटेड क्वेश्चन देखने को मिलते हैं। तो सोमनाथ मंदिर भी इन्हां एक फेमस टैंपल अपने भारत का जिहदे कि क्वेश्चन बनते हैं। और इस तो इलावा अगर आप टैंपल्स की गल करिए, देखो एक मीनाक्षी टैंपल हैगा, कई बार आएगा कित्थे याद रखना तमिलनाडु दे विच हैगा। और इस तरीके नाल सबरीमाला टैंपल भी कई बार आया केरला दे विच हैगा। और कोणार्क सन टैंपल बहुत बारी आया। कोणार्क सन टैंपल कित्थे आ? उड़ीसा दे विच स्थित हैगा। और इस तो इलावा अक्षरधाम टैंपल भी आ सकदा है। अक्षरधाम कित्थे हैगा? नवी दिल्ली विच है जी। और एक केदारनाथ मोस्ट इंपोर्टेंट है, केदारनाथ उत्तराखंड दे विच हैगा केदारनाथ, ठीक है ना। तो ये सारे कुछ इंपोर्टेंट टैंपल्स हैगे ने। और इस तो इलावा भी बहुत सारे टैंपल हैगे ने इंपोर्टेंट, तुसीं इन्हां नूं भी जरूर रिवाइज करना एक बारी। और जिहड़े बार बार आए हुए मैं एक बार तुहानूं उही दस्से ने केवल, ठीक है ना। इस तो इलावा जिहड़े होर भी ने वो तुसीं देख सकदे होगे। बाकी क्वेश्चन बारे गलबात करिए आपां उधर ऑप्शन बारे भी देख लैंदे हां। ऑप्शन नंबर डी सुनीत शर्मा रेलवे बोर्ड के CEO ते चेयरमैन बने ने। उदय शंकर बी ऑप्शन फिक्की के नवे चेयरमैन बने सी जी। और ऑप्शन नंबर ए जय शाह, वैसे तो अमित शाह के बेटे ने जोड़े अपने गृह मंत्री ने। और जय शाह है कौन ने? ये BCCI के सचिव है ने, ठीक है ना। और इन्हों बारे अपनी न्यूज़ बड़ी सी एक वैसे जय शाह बारे। BCCI ने जिन्नियां भी हुण BCCI दियां हुण बैठकां होणगियां ICC दे विच, ठीक है ना। तो उन्होंने बैठकों के BCCI का प्रतिनिधित्व करनगे जय शाह, ठीक है ना। तां करके इन्हां नाम इंपोर्टेंट है। सो इन फैक्ट इस क्वेश्चन रिलेटेड याद रखने जी, सारे इंपोर्टेंट ने। सो गल करते हैं जी नैक्सट क्वेश्चन बारे। हू वॉन दी यूनेस्को थाईलैंड ओपन बैडमिंटन टूर्नामेंट 2021 टाइटल। देखो जी किसी ने कहने यूनेस्को थाईलैंड ओपन बैडमिंटन टूर्नामेंट 2021 का खिताब जितया। देखो जी क्वेश्चन करने तो पहला फस्ट पॉइंट तो अपन यही इंपोर्टेंट है भी जो यूनेस्को थाईलैंड ओपन बैडमिंटन टूर्नामेंट है इस साल का 2021 का पहला बैडमिंटन टूर्नामेंट है थाईलैंड में ये होयागा। और जितया किसने है मेनली अगर आप गल करिए पहले फीमेल कैटेगरी में, तो ये फीमेल के कैरोलिना मैरीन सब तो पहल तो इन्होंने द्वारा जितया गया। कैरोलिना मैरीन की गल करिए तो स्पेन कंट्री तो बिलोंग करती है। गल करिए मेल कैटेगरी तो मेल कैटेगरी में याद रखना विक्टर एक्सेलसेन के द्वारा जितया गया। विक्टर एक्सेलसेन की गल करिए तो डेनमार्क कंट्री तो बिलोंग करते हैं, ठीक है ना। बाकी ये यूनेस्को थाईलैंड ओपन बैडमिंटन टूर्नामेंट की अगर आप गल करिए तो रीसेंट में ही होकर हटिया 12 तो लैके 17 जनवरी तक ये टूर्नामेंट होया सी। अच्छा ये करवाया किसी ने सीगा? ये करवाया सी जी बैडमिंटन वर्ल्ड फैडरेशन के द्वारा करवाया गया सीगा, ठीक है ना। अच्छा बैडमिंटन वर्ल्ड फैडरेशन की गल करिए तो यदा हैडकुआटर कोलालंपुर मलेशिया में मौजूद है, ठीक है, याद रख सकते हो। सो गल करते हैं नैक्सट क्वेश्चन बारे। इंडियाज़ फर्स्ट लेबर मूवमेंट म्यूजियम विल बी स्टार्टड इन विच स्टेट। देखो जी कहते भारत का पहला मजदूर लहर अजायब घर किस राज दे विच हुण शुरू किया जाएगा। देखो जी अगर आप गल करिए तो यह अपने भारत का पहला मजदूर लहर अजायब घर है और ये केरला के विच हुण स्थापित किया जाएगा। बेसिकली अगर आप इसकी गल करिए तो यह केरला का एक शहर है अलापूजी नां दा। अलापूजी नां दे शहर के विच इस अजायब घर नूं बनाया जाएगा। और ये बेसिकली वही होएगा भी अपने जो विश्व पद्धर से मजदूरों की एक लहर चली सी वो इतिहास में ये दिखाया जाएगा। और बस सीधा तुमने याद रखना जोड़ा अपना देश का पहला मजदूर लहर अजायब घर है कित्थे बनाया जा रहा, तो ये बनाया जाएगा जी हुण केरला राज दे विच, ठीक है ना। ये इंपोर्टेंट रहेगा अपने लिए। बाकी देखो लेबर की गल आउंदी है तो लेबर बारे याद रखना इंटरनेशनल लेबर डे हर साल 1 मई नूं मनाया जाता है, याद रखना। बाकी इस तरीके उधर ऑप्शन बारे भी अगर आप गल करते हैं जी जिवें गुजरात बारे, गुजरात विच अपने देश की पहली लीथियम रिफाइनरी स्थापित की जाएगी। उड़ीसा बारे याद रख सकते अपने देश का पहला फायर पार्क इत्थे बनाया जाएगा। और उत्तराखंड में भारत का पहला लाइकन पार्क इत्थे बनाया जाएगा, ठीक है ना। ये सुनने याद रखना। बाकी क्वेश्चन में गल आई हैगी केरला की। केरला बारे गलबात करिए तो केरला की कैपिटल याद रखना त्रिवंदमपुरम इत्थों की जी कैपिटल है। CM की मैं गल करा तो पिनाराई विजयन साहब ने, गवर्नर है आरिफ मुहम्मद खान साहब। बाकी केरला बारे गलबात करिए देखो अपने पढ़िया सी रीसेंट में एक योजना हैगी वन स्कूल वन IAS नां दी केरला सरकार के द्वारा शुरू की गई है। बाकी केरला राज अपने भारत का पहला राज बनयागा जिसने इत्थों के स्कूल ने केरला के पूरे तरीके हाईटैक क्लासरूम उत्थों के प्रदान किए हैं स्कूलों के विच, तो याद रखना। बाकी सब्जियों के उत्ते MSP तय करने वाला भी पहला राज ही केरला बनया सी आपां ने। और एक अपने पढ़ी सी सर्विस
ਸੋਲਰ ਇਲੈਕਟ੍ਰੀਕਲ RO ਸਰਵਿਸ ਨੂੰ ਵੀ ਸ਼ੁਰੂ ਕੀਤਾ ਭਾਰਤ ਵਿੱਚ ਪਹਿਲੀ ਵਾਰ ਕੇਰਲਾ ਰਾਜ ਦੇ ਦੁਆਰਾ। ਅਤੇ ਇਹ ਇੰਪੋਰਟੈਂਟ ਪ੍ਰਸ਼ਨ ਧਿਆਨ ਵਿੱਚ ਰੱਖਣਾ। ਬਾਕੀ ਯਾਦ ਅਕਸਰ ਆਪਣੇ ਦੇਸ਼ ਦੀ ਪਹਿਲੀ ਸੌਰ ਊਰਜਾ 'ਤੇ ਚੱਲਣ ਵਾਲੀ ਮਿੰਨੀ ਟ੍ਰੇਨ ਦਾ ਵੀ ਉਦਘਾਟਨ ਕੀਤਾ ਗਿਆ ਸੀ ਕੇਰਲਾ ਸਟੇਟ ਵਿੱਚ। ਤਾਂ ਇਹ ਕੁਝ ਇੰਪੋਰਟੈਂਟ ਨਿਊਜ਼ ਸੀ ਕੇਰਲਾ ਦੀਆਂ ਯਾਦ ਰੱਖਣੀਆਂ। ਅੱਛਾ, ਇੱਕ ਯੋਜਨਾ ਵੀ ਵੈਸੇ ਆਪਾਂ ਪੜ੍ਹੀ ਸੀ, ਪਰਿਵਰਤਨਮ ਨਾਂ ਦੀ ਯੋਜਨਾ, ਇਹ ਵੀ ਕੇਰਲਾ ਦੀ ਯੋਜਨਾ ਹੈਗੀ, ਠੀਕ ਹੈ ਨਾ। ਤਾਂ ਇਹ ਸਾਰੀਆਂ ਨਿਊਜ਼ ਕੇਰਲਾ ਦੀਆਂ ਯਾਦ ਰੱਖਣੀਆਂ, ਸਾਰੀਆਂ ਇੰਪੋਰਟੈਂਟ ਨੇ ਜੀ। ਸੋ ਗੱਲ ਕਰਦੇ ਹਾਂ ਨੈਕਸਟ ਕੁਐਸਚਨ ਬਾਰੇ ਹੁਣ। ਇਨ ਵਿੱਚ ਸਟੇਟ ਡਿਡ ਦੀ ਚੀਫ ਮਿਨਿਸਟਰ ਮਹਿਲਾ ਉਤਕਰਸ਼ ਯੋਜਨਾ ਸਟਾਰਟ। ਦੇਖੋ ਜੀ ਕਹਿੰਦੇ ਕਿਸ ਰਾਜ ਦੇ ਵਿੱਚ ਮੁੱਖ ਮੰਤਰੀ ਮਹਿਲਾ ਉਤਕਰਸ਼ ਯੋਜਨਾ ਦੀ ਸ਼ੁਰੂਆਤ ਹੋਈ ਹੈਗੀ। ਦੇਖੋ ਜੀ, ਅਗਰ ਆਪਾਂ ਇਹ ਗੱਲ ਕਰੀਏ ਮੁੱਖ ਮੰਤਰੀ ਮਹਿਲਾ ਉਤਕਰਸ਼ ਯੋਜਨਾ, ਇਹ ਯੋਜਨਾ ਦੀ ਹੈਗੀ ਹੈ ਜੀ ਗੁਜਰਾਤ ਦੀ। ਦੇਖੋ ਗੁਜਰਾਤ ਬਾਰੇ ਅਗਰ ਆਪਾਂ ਗੱਲ ਕਰੀਏ ਤਾਂ ਜਿਹੜੀ ਯੋਜਨਾ ਗੀ ਗੁਜਰਾਤ ਦੀਆਂ ਜਿੰਨੀਆਂ ਵੀ ਔਰਤਾਂ ਨੇ ਕਿਸੇ ਵੀ ਤਰੀਕੇ ਦਾ ਆਪਣਾ ਕਾਰੋਬਾਰ ਕਰਨਾ ਚਾਹੁੰਦੀਆਂ ਨੇ ਤਾਂ ਗੁਜਰਾਤ ਸਰਕਾਰ ਦੇ ਵੱਲੋਂ 1 ਲੱਖ ਰੁਪਏ ਤੱਕ ਦਾ ਲੋਨ ਦਿੱਤਾ ਜਾਵੇਗਾ ਵਿਆਜ ਮੁਕਤ, ਠੀਕ ਹੈ ਨਾ, ਤਾਂ ਕਿ ਮਹਿਲਾਵਾਂ ਆਪਣੇ ਪੈਰਾਂ ਸਿਰ ਕੋਈ ਵੀ ਕੰਮਕਾਰ ਆਪਣਾ ਤੋਰ ਸਕਣ, ਠੀਕ ਹੈ ਨਾ, ਇਸ ਯੋਜਨਾ ਦੇ ਅੰਡਰ। ਤਾਂ ਸਿੱਧਾ ਤੁਹਾਨੂੰ ਯਾਦ ਰੱਖਣਾ ਮੁੱਖ ਮੰਤਰੀ ਮਹਿਲਾ ਉਤਕਰਸ਼ ਯੋਜਨਾ ਕਿੱਥੋਂ ਦੀ ਹੈ, ਗੁਜਰਾਤ ਰਾਜ ਦੀ ਹੈ। ਬਾਕੀ ਗੁਜਰਾਤ ਬਾਰੇ ਤਾਂ ਆਪਾਂ ਹੁਣ ਡਿਸਕਸ਼ਨ ਕਰਕੇ ਹਟੇ ਪਿਛਲੇ ਕੁਐਸਚਨ ਵਿੱਚ। ਸੋ ਨੈਕਸਟ ਕੁਐਸਚਨ ਬਾਰੇ ਗੱਲ ਕਰਦੇ ਹਾਂ। ਹੂ ਹੈਜ਼ ਬੀਨ ਰੀਅਪੁਆਇੰਟਡ ਐਜ਼ MD ਐਂਡ CEO ਆਫ RBL ਬੈਂਕ। ਦੇਖੋ ਜੀ ਕਹਿੰਦੇ ਕਿਸ ਨੂੰ ਮੁੜ RBL ਬੈਂਕ ਦਾ MD ਅਤੇ CEO ਨਿਯੁਕਤ ਕੀਤਾ ਗਿਆ ਗਾ। ਦੇਖੋ ਜੀ ਪ੍ਰਸ਼ਨ ਨੂੰ ਧਿਆਨ ਵਿੱਚ ਰੱਖਣਾ, RBL ਬੈਂਕ ਦੇ ਜਿਹੜੇ MD ਅਤੇ CEO ਬਣੇ ਨੇ ਦੁਬਾਰੇ ਬਿਸ਼ਬੀਰ ਅਹੂਜਾ ਸਾਹਿਬ ਬਣੇ ਨੇਗੇ। ਅਗਲੇ 3 ਸਾਲਾਂ ਵਾਸਤੇ ਦੁਬਾਰੇ ਬਿਸ਼ਬੀਰ ਅਹੂਜਾ ਸਾਹਿਬ MD ਅਤੇ CEO ਬਣ ਚੁੱਕੇ ਨੇ RBL ਬੈਂਕ ਦੇ। ਅੱਛਾ, RBL ਬੈਂਕ ਬਾਰੇ ਗੱਲ ਕਰੀਏ ਤਾਂ ਇਹਦਾ ਪੂਰਾ ਨਾਮ ਹੁੰਦਾ ਦੀ ਰਤਨਾਕਰ ਬੈਂਕ ਲਿਮਟਿਡ ਦਾ ਪੂਰਾ ਨਾਂ ਜੀ। ਸਥਾਪਨਾ ਦੀ ਹੋਈ ਸੀ ਆਪਣੇ 1943 ਦੇ ਵਿੱਚ ਔਰ ਮੁੱਖ ਦਫ਼ਤਰ ਇਹਦਾ ਮੌਜੂਦ ਹੈ ਜੀ ਮੁੰਬਈ ਸ਼ਹਿਰ ਵਿੱਚ, ਠੀਕ ਹੈ ਨਾ, ਇਹਦੇ ਬਾਰੇ ਯਾਦ ਰੱਖਣਾ। ਬਾਕੀ RBL ਦੀ ਟੈਗਲਾਈਨ ਵੀ ਯਾਦ ਰੱਖ ਸਕਦੇ ਹੋ, ਆਪਣੋਂ ਕਾ ਬੈਂਕ, ਠੀਕ ਹੈ ਜੀ, ਟੈਗਲਾਈਨ ਹੈਗੀ। ਔਰ ਇਸ ਤੋਂ ਇਲਾਵਾ ਉਧਰ ਆਪਸ਼ਨ ਬਾਰੇ ਵੀ ਗੱਲਬਾਤ ਕਰੀਏ, ਆਪਸ਼ਨ ਨੰਬਰ D ਸੁਬੋਧ ਕੁਮਾਰ ਜੈਸਵਾਲ ਕੌਣ ਨੇਗੇ, CISF ਦੇ ਡਾਇਰੈਕਟਰ ਜਨਰਲ ਬਣੇ ਸੀ। ਬਾਕੀ ਗਿਆਨੇਂਦਰੋ ਨਿਗੋਮਮ ਕੌਣ ਹੈ ਜੀ, ਹਾਕੀ ਇੰਡੀਆ ਦੇ ਪ੍ਰੈਜ਼ੀਡੈਂਟ ਬਣੇ ਸੀ। ਔਰ ਸੰਗੀਤਾ ਸ਼੍ਰੀਵਾਸਤਵ, ਇਹਨਾਂ ਨਾਲ ਇੰਪੋਰਟੈਂਟ ਹੈ। ਇਲਾਹਾਬਾਦ ਯੂਨੀਵਰਸਿਟੀ ਦੀ ਪਹਿਲੀ ਮਹਿਲਾ ਵਾਈਸ ਚਾਂਸਲਰ ਬਣੀ ਸੀ ਇਹ, ਠੀਕ ਹੈ, ਇਹਨਾਂ ਬਾਰੇ ਯਾਦ ਰੱਖਣਾ। ਸੋ ਗੱਲ ਕਰਦੇ ਹਾਂ ਨੈਕਸਟ ਕੁਐਸਚਨ ਬਾਰੇ ਜੀ। ਐਨ ਏਅਰ ਐਕਸਰਸਾਈਜ਼ ਐਕਸ ਡੈਜ਼ਰਟ ਨਾਈਟ 21 ਵਿਲ ਬੀ ਹੈਲਡ ਇੰਡੀਆ ਐਂਡ ਵਿਚ ਕੰਟਰੀ। ਦੇਖੋ ਜੀ ਕਹਿੰਦੇ ਇੱਕ ਏਅਰ ਅਭਿਆਸ ਹੈ ਜਿਹਦਾ ਨਾਮ ਹੈ ਐਕਸ ਡੈਜ਼ਰਟ ਨਾਈਟ 21, ਭਾਰਤ ਅਤੇ ਕਿਹੜੇ ਦੇਸ਼ ਵਿਚਕਾਰ ਇਹ ਹੋਵੇਗੀ ਨਹੀਂ, ਹੋ ਰਹੀ ਹੈ ਵੈਸੇ। ਇਸ ਐਕਸਰਸਾਈਜ਼ ਬਾਰੇ ਗੱਲ ਕਰੀਏ 20 ਤੋਂ ਲੈ ਕੇ 24 ਜਨਵਰੀ ਤੱਕ ਇਹ ਐਕਸਰਸਾਈਜ਼ ਭਾਰਤ ਦੇ ਰਾਜਸਥਾਨ ਦੇ ਜੋਧਪੁਰ ਦੇ ਵਿੱਚ ਹੋ ਰਹੀ ਹੈ ਔਰ ਜੋਧਪੁਰ ਦੇ ਏਅਰ ਫੋਰਸ ਸਟੇਸ਼ਨ 'ਤੇ ਹੋ ਰਹੀ ਹੈਗੀ। ਔਰ ਇਹ ਹੋ ਰਹੀ ਹੈ ਜੀ ਭਾਰਤ ਅਤੇ ਫਰਾਂਸ ਦੇ ਵਿਚਕਾਰ। ਯਾਦ ਰੱਖਣਾ ਐਕਸ ਡੈਜ਼ਰਟ ਨਾਈਟ 21 ਇਸ ਐਕਸਰਸਾਈਜ਼ ਦਾ ਨਾਮ ਹੈਗਾ, ਸੋ ਇਹ ਤੁਹਾਨੂੰ ਯਾਦ ਰੱਖਣਾ। ਬਾਕੀ ਫਰਾਂਸ ਬਾਰੇ ਗੱਲ ਕਰੀਏ ਕੈਪੀਟਲ ਜੀ ਪੈਰਿਸ ਹੈ। ਦੇਖੋ ਪੈਰਿਸ ਬਾਰੇ ਹਮੇਸ਼ਾ ਯਾਦ ਰੱਖਣਾ 2024 ਦੀਆਂ ਸਮਰ ਓਲੰਪਿਕ ਇੱਥੇ ਹੋਣੀਆਂ ਨੇਗੀਆਂ, ਠੀਕ ਹੈ ਨਾ, ਇਹਦੇ ਬਾਰੇ ਇੰਪੋਰਟੈਂਟ ਹੈਗਾ। ਅੱਛਾ, ਸਮਰ ਓਲੰਪਿਕ ਵਿੱਚ ਨਾ 4 ਨਵੀਆਂ ਖੇਡਾਂ ਨੂੰ ਸ਼ਾਮਿਲ ਕੀਤਾ ਗਿਆ। ਕੋਈ ਮੈਨੂੰ ਦੱਸ ਸਕਦਾ ਵੀ ਕਿਹੜੀਆਂ ਨੇ? ਅਗਰ ਤੁਹਾਨੂੰ ਪਤਾ ਤਾਂ ਕਮੈਂਟ ਉਹਦੇ 'ਤੇ ਤੁਸੀਂ ਲਿਖ ਸਕਦੇ ਹੋ, ਠੀਕ ਹੈ ਨਾ। ਅੱਛਾ ਸਰ, ਤੁਹਾਡੇ ਵਾਸਤੇ ਹੈਗਾ, ਤੁਸੀਂ ਜ਼ਰੂਰ ਦੱਸਣਾ 4 ਗੇਮ ਕਿਹੜੀਆਂ ਨਵੀਆਂ ਐਡ ਕੀਤੀਆਂ ਗਈਆਂ ਨੇਗੀਆਂ, ਠੀਕ ਹੈ ਨਾ, ਤਾਂ ਇਹਦੇ ਬਾਰੇ ਦੱਸਣਾ। ਬਾਕੀ ਪੈਰਿਸ ਬਾਰੇ ਗੱਲ ਕਰ ਰਹੇ ਸੀ। ਦੇਖੋ ਪੈਰਿਸ ਇੱਕ ਇੰਪੋਰਟੈਂਟ ਜਗ੍ਹਾ ਹੈਗੀ। ਇੱਥੇ ਬਹੁਤ ਸਾਰੀਆਂ ਇੰਪੋਰਟੈਂਟ ਸੰਸਥਾਵਾਂ ਦੇ ਕੀ ਨੇ ਹੈੱਡਕੁਆਟਰ ਮੌਜੂਦ ਨੇਗੇ। ਸਭ ਤੋਂ ਪਹਿਲਾਂ ਅਗਰ ਆਪਾਂ ਪੈਰਿਸ ਵਿੱਚ ਗੱਲ ਕਰੀਏ ਤਾਂ ਯੂਨੈਸਕੋ, ਠੀਕ ਹੈ ਨਾ, ਯੂਨੈਸਕੋ ਦਾ ਮੁੱਖ ਦਫ਼ਤਰ ਪੈਰਿਸ ਵਿੱਚ ਹੈ। ਔਰ ਇਸ ਤੋਂ ਇਲਾਵਾ FATF ਦਾ ਵੀ ਇੱਥੇ ਹੈਗਾ ਗਾ, ਠੀਕ ਹੈ ਨਾ। FATF ਮਤਲਬ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ ਦਾ ਹੈੱਡਕੁਆਟਰ ਇੱਥੇ ਹੈ ਜੀ। ਔਰ ਪੈਰਿਸ ਦੇ ਵਿੱਚ ਹੀ OECD ਦਾ ਵੀ ਹੈਗਾ ਹੈੱਡਕੁਆਟਰ। OECD ਮਤਲਬ ਔਰਗਨਾਈਜੇਸ਼ਨ ਫॉर ਇਕਨੋਮਿਕ ਐਂਡ ਕੋਆਪਰੇਸ਼ਨ ਡਿਵੈਲਪਮੈਂਟ, ਠੀਕ ਹੈ ਨਾ, ਇਹਦੇ ਬਾਰੇ ਯਾਦ ਰੱਖਣਾ। ਬਾਕੀ ਫਰਾਂਸ ਦੀ ਕਰੰਸੀ ਦੀ ਗੱਲ ਕਰੀਏ ਯੂਰੋ ਇੱਥੇ ਕਰੰਸੀ ਚੱਲਦੀ ਹੈ, ਠੀਕ ਹੈ ਜੀ। ਸੋ ਇੰਨੇ ਫੈਕਟ ਤੁਸੀਂ ਇਸ ਨਾਲ ਰਿਲੇਟਡ ਯਾਦ ਰੱਖ ਲੈਣੇ ਬਹੁਤ ਨੇਗੇ। ਸੋ ਗੱਲ ਕਰਦੇ ਹਾਂ ਨੈਕਸਟ ਕੁਐਸਚਨ ਬਾਰੇ। ਵੈਨ ਵਿਲ ਬੀ ਕੰਟਰੀਜ਼ ਫਸਟ ਪਰਾਕਰਮ ਡੇ ਸੈਲੀਬਰੇਟ। ਦੇਖੋ ਜੀ ਕਹਿੰਦੇ ਦੇਸ਼ ਦਾ ਪਹਿਲਾ ਪਰਾਕਰਮ ਦਿਵਸ ਕਦੋਂ ਮਨਾਇਆ ਜਾਵੇਗਾ। ਸੋ ਅੱਜ ਦੀ ਕਲਾਸ ਦੀ ਸ਼ੁਰੂਆਤ ਵਿੱਚ ਹੀ ਦੱਸਿਆ ਸੀ ਜੀ ਮੈਂ, ਜਿਹੜਾ ਪਰਾਕਰਮ ਦਿਵਸ ਹੈਗਾ ਹੁਣ ਹਰ ਸਾਲ 23 ਜਨਵਰੀ ਤੋਂ ਮਨਾਇਆ ਜਾਇਆ ਕਰੇਗਾ ਆਪਣੇ ਦੇਸ਼ ਵਿੱਚ, ਠੀਕ ਹੈ ਨਾ। ਕਿਉਂਕਿ 23 ਜਨਵਰੀ ਨੂੰ ਕੀ ਹੈਗਾ ਜਿਹੜਾ ਸੁਭਾਸ਼ ਚੰਦਰ ਬੋਸ ਸੀਗੇ ਉਹਨਾਂ ਦੀ ਹੁਣ ਇਸ ਵਾਰੀ 125ਵੀਂ ਜਯੰਤੀ ਹੈਗੀ। ਔਰ ਇਸ ਸਾਲ ਤੋਂ ਕੀ ਸ਼ੁਰੂਆਤ ਕਰ ਦਿੱਤੀ ਗਈ ਹੈ ਪਰਾਕਰਮ ਡੇ ਦੀ, ਔਰ ਇਹ ਹਰ ਸਾਲ 23 ਜਨਵਰੀ ਨੂੰ ਮਨਾਇਆ ਜਾਇਆ ਕਰੇਗਾ। ਅੱਛਾ, ਇਸ ਡੇ ਦੀ ਅਨਾਊਂਸਮੈਂਟ ਕਿਹਨੇ ਕੀਤੀ ਆ? ਅਤੇ ਇਸ ਦੀ ਅਨਾਊਂਸਮੈਂਟ ਕੀਤੀ ਆਪਣੇ ਸੰਸਕ੍ਰਿਤੀ ਮੰਤਰੀ ਕੌਣ ਨੇਗੇ? ਪ੍ਰਹਿਲਾਦ ਸਿੰਘ ਪਟੇਲ ਸਾਹਿਬ ਹੈਗੇ ਨੇ। ਵੈਸੇ ਪ੍ਰਹਿਲਾਦ ਸਿੰਘ ਪਟੇਲ ਦੀ ਗੱਲ ਕਰੀਏ ਤਾਂ ਟੂਰਿਜ਼ਮ ਮਿਨਿਸਟਰ ਵੀ ਆਪਣੇ ਹੈਗੇ ਨੇਗੇ, ਠੀਕ ਹੈ ਨਾ, ਤਾਂ ਇਹਦੇ ਬਾਰੇ ਯਾਦ ਰੱਖਣਾ। ਔਰ ਇਹ ਡੇ ਇੰਪੋਰਟੈਂਟ ਹੈ ਵੈਸੇ, ਠੀਕ ਹੈ ਨਾ, ਡੇ ਇੰਪੋਰਟੈਂਟ ਹੈ, ਇਹਦੇ ਬਾਰੇ ਜ਼ਰੂਰ ਧਿਆਨ ਵਿੱਚ ਰੱਖਣਾ। ਸੋ ਗੱਲ ਕਰਦੇ ਹਾਂ ਨੈਕਸਟ ਕੁਐਸਚਨ ਬਾਰੇ। ਵਿਚ ਕੰਟਰੀਜ਼ ਆਊਟ ਆਫ ਦੀ ਓਪਨ ਸਕਾਈਸ ਟ੍ਰੀਟੀ। ਦੇਖੋ ਜੀ ਕਹਿੰਦੇ ਕਿਹੜਾ ਦੇਸ਼ ਓਪਨ ਸਕਾਈਸ ਸੰਧੀ ਤੋਂ ਬਾਹਰ ਹੋ ਗਿਆ ਗਾ।
अगर देखो अगर आप गल करिए ना जी ओपन स्काई संधि है इस तो हुण बाहर होया जी रशिया कंट्री, और रशिया इस तो बाहर होने वाला दूजा कंट्री बनया। इस तो पहला भी जो USA अमेरिका इस संधि तो बाहर हो चुकिया गा। सो तुमने रशिया का नाम ध्यान में रखना, बस यही इंपोर्टेंट है। बाकी OST मतलब ओपन स्काई ट्रीटी बारे गलबात करिए तो 2002 हुई सी, ठीक है ना। और देखो ये ट्रीटी हैगी की आ जिन्नियां भी OST दी मैंबर कंट्रीज़ ने गया ये ट्रीटी में यही दसा है बेसिकली भी वो कंट्रीज़ एक दूजे उत्ते हवाई निगरानी रख सकदियां ने, ताकि कोई भी देश, ठीक है, अपने देश में कोई भी परमाणु हथियारों नाल रिलेटेड किसी भी तरीके की गतिविधि ना करे। तो ये इस ट्रीटी में हैगा सीगा। और अमरीका तो पहली बार हो गया सी ते हुणे तो रशिया भी बाहर हो चुकिया गा। और अच्छा अपना भारत इहदा ट्रीटी का मैंबर हैगा गा, तो याद रखना अपना भारत इस ट्रीटी का मैंबर नहीं हैगा, ठीक है ना। बाकी रशिया बारे गल करिए कैपीटल तो जी मॉस्को है। और मॉस्को बारे वैसे अपने फैक्ट पढ़िया सी, एक इंडैक्स सीगा टॉम ट्रैफिक इंडैक्स, ये टॉप ते रहा सी रशिया सॉरी मॉस्को, ठीक है ना, याद रखना। और रशिया की करंसी रूबल है जी। बाकी इतने प्रेजिडेंट व्लादिमीर पुतीन साहब ने, तो सुने याद रखना इस क्वेश्चन नाल रिलेटेड। सो इस तो बाद गल करते हैं थोड़े लिए अभ्यास प्रश्न की, ठीक है जी। सारिया करंट अफेयर न्यूज़ आपने कवर कर लिया ने गया। और दोस्तों अगर क्लास वधिया लगी तो हुणे इनू लाइक एंड शेयर जरूर कर देना, ठीक है ना। बाकी थोड़े लिए प्रश्न है जी, कहते बाय वट नेम है CRPF एंड DRDO डिवेलपड अ बाइक एंबूलेंस फॉर दी सिक्योरिटी। देखो जी कहते CRPF ਅਤੇ DRDO ने सुरक्षा के लिए एक बाइक एंबूलेंस ਨੂੰ किस नाम के नाल विकसित किया, तो राइट आंसर जरूर दसना जी। बाकी CRPF ਅਤੇ DRDO अगर ये बारे भी तुहानूं पता हो तो ये बारे भी जरूर लिख सकते हो, ठीक है जी। सो दोस्तों ये सी अपनी अज दीयां सारियां करंट अफेयर न्यूज़ जिहदे विच कि आपां ने 2 दिन यानी कि 21 ते 22 ਦੀਆਂ करंट अफेयर न्यूज़ कवर कीतियां। सो इस क्लास में लाइक एंड शेयर जरूर कर देना। सो ओके जी, धन्यवाद, टेक केयर।